ऑन एयर टीवी ਦੇ ਨਾਲ ਤੁਸੀਂ ਬਣੇ ਹੋਏ ਹੋ। मैं हाँ सुख सोहल। सुप्रीम कोर्ट ਵੱਲੋਂ 4 ਮੈਂਬਰੀ ਬਣਾਈ ਗਈ ਕਮੇਟੀ ਨੂੰ ਵੱਡਾ ਝਟਕਾ ਉਸ ਵੇਲੇ ਲੱਗਾ ਹੈ ਜਦੋਂ ਭੁਪਿੰਦਰ ਸਿੰਘ ਮਾਨ ਹੋਣਾ ਵੱਲੋਂ ਸੁਪਰੀਮ ਕੋਰਟ ਨੂੰ ਚਿੱਠੀ ਲਿਖ ਕੇ ਇਸ ਕਮੇਟੀ ਤੋਂ ਪਰੇ ਹੋਣ ਦਾ ਫੈਸਲਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਸੀ ਕਿ ਇਹ ਕਮੇਟੀ ਜਿਹੜੇ ਖੇਤੀ ਆਰਡੀਨੈਂਸ ਦੇ ਉੱਤੇ ਕੇਂਦਰ ਤੇ ਸਰਕਾਰ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਜਿਹੜੀ ਇੱਕ ਜੰਗ ਚੱਲ ਰਹੀ ਹੈ ਉਹਦੇ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਪਰ ਇਸ ਕਮੇਟੀ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਮੇਟੀ ਦਾ ਖੇਰੂ ਹੋ ਜਾਣਾ ਆਪਣੇ ਆਪ ਤੇ ਇੱਕ ਵੱਡਾ ਸਵਾਲ ਚੁੱਕ ਰਿਹਾ। ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮਨਜਿੰਦਰ ਸਿੰਘ ਸਿਰਸਾ ਹੋਣੀ ਨੇ। ਸਿਰਸਾ ਸਾਹਿਬ, ਭੁਪਿੰਦਰ ਸਿੰਘ ਮਾਨ ਉਹ ਚਿਹਰਾ ਜਿਹਦੇ ਉੱਤੇ ਇਹ ਦੋਸ਼ ਲੱਗ ਰਹੇ ਸੀ ਜਦੋਂ ਕਮੇਟੀ ਦੇ ਵਿੱਚ ਉਹਨਾਂ ਦਾ ਨਾਮ ਸ਼ਾਮਲ ਕੀਤਾ ਜਾਂਦਾ ਹੈ ਕਿ ਪਹਿਲਾਂ ਵੀ ਜਿਹੜਾ ਹੈ ਉਹ ਇਹਨਾਂ ਖੇਤੀ ਆਰਡੀਨੈਂਸਾਂ ਦਾ ਸਮਰਥਨ ਕਰ ਚੁੱਕੇ ਨੇ ਤੇ ਇੱਥੋਂ ਤੱਕ ਕਿ ਕਈ ਕਿਸਾਨਾਂ ਦੀ ਆਵਾਜ਼ ਪਿਛਲੇ ਸਮੇਂ 'ਚ ਸਰਕਾਰਾਂ ਦੀ ਝੋਲੀ 'ਚ ਪਾ ਕੇ ਉਹ ਰਾਜ ਸਭਾ ਦੀ ਕੁਰਸੀ ਦਾ ਆਨੰਦ ਵੀ ਮਾਣ ਚੁੱਕੇ ਨੇ ਤੇ ਹੁਣ ਉਹਨਾਂ ਵੱਲੋਂ ਆਪਣੇ ਆਪ ਨੂੰ ਪਰੇ ਕੀਤਾ ਜਾਣਾ ਕਿਸ ਤਰੀਕੇ ਨਾਲ ਦੇਖਦੇ ਹੋ? ਨਹੀਂ ਦੇਖੋ, ਪਹਿਲੀ ਗੱਲ ਆ ਭੁਪਿੰਦਰ ਸਿੰਘ ਮਾਨ ਦਾ ਨਾਮ ਆਉਣਾ ਹੀ ਇਹ ਬੜਾ ਕਲੀਅਰ ਸੰਕੇਤ ਸੀਗਾ ਕਿ ਇਹਦੇ ਪਿੱਛੇ ਸਰਕਾਰ ਆ। ਇਹ ਇੱਕ ਕਿਸਾਨਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕਿਸਾਨੀ ਅੰਦੋਲਨ ਨੂੰ ਰੱਦ ਕਰਕੇ ਕਿਸਾਨੀ ਅੰਦੋਲਨ ਨੂੰ ਤੋੜ ਕੇ ਤੇ ਇਹ ਦੁਬਾਰਾ ਕਾਨੂੰਨਾਂ ਨੂੰ ਤਰੀਕੇ ਨਾਲ ਲਾਗੂ ਕਰਨ ਦੇ ਤਰੀਕਾ ਹੈ। ਕਿਉਂਕਿ ਭੁਪਿੰਦਰ ਸਿੰਘ ਮਾਨ ਜਿਹੜਾ ਕਿ ਕ੍ਰਿਸ਼ੀ ਮੰਤਰੀ ਕੋਲ ਜਾ ਕੇ ਖੁਦ ਇੱਕ ਆਪਣਾ ਮਤਾ ਦੇ ਕੇ ਆਉਂਦਾ ਹੈ ਔਰ ਇਹ ਕਹਿ ਕੇ ਆਉਂਦਾ ਹੈ ਕਿ ਕਾਨੂੰਨ ਜਲਦੀ ਲਾਗੂ ਹੋਣੇ ਚਾਹੀਦੇ, ਕਿਸਾਨੀ ਹੱਕ 'ਚ ਨੇ। ਉਹਦੇ ਨਾਲ ਬਾਕੀ ਜਿਹੜੇ 3 ਮੈਂਬਰ ਨੇ ਸਾਰਿਆਂ ਨੇ ਅਲੱਗ-ਅਲੱਗ ਟੀਵੀ ਚੈਨਲਾਂ ਤੇ ਅਲੱਗ-ਅਲੱਗ ਅਖਬਾਰਾਂ ਦੇ ਅੰਦਰ ਆਪਣੇ ਬਿਆਨ ਦੇ ਕੇ ਕਿਹਾ ਕਿ ਕਾਨੂੰਨ ਬੜੇ ਅੱਛੇ ਨੇ। ਇਨਫੈਕਟ ਇੱਕ ਮੈਂਬਰ ਨੇ ਤੇ ਇੱਥੋਂ ਤਾਈਂ ਕਹਿ ਦਿੱਤਾ ਕਿ MSP ਦੀ ਲੋੜ ਹੀ ਨਹੀਂ ਹੈਗੀ। ਹੁਣ ਉਹਨਾਂ ਮੈਂਬਰਾਂ ਨੂੰ ਅਗਰ ਕਮੇਟੀ ਬਣਾਊਗੀ ਤੇ ਕਿਸਾਨਾਂ ਦਾ ਰੋਹ ਹੋਣਾ ਤੇ ਜਾਇਜ਼ ਸੀਗਾ। ਉਹ ਵੀ ਇਹ ਜਾਣਦਾ ਹੈ ਭੁਪਿੰਦਰ ਸਿੰਘ ਮਾਨ ਵੀ ਕਿ ਜੋ ਮੈਂ ਹੁਣ ਤੱਕ ਕੀਤਾ ਸੀਗਾ ਉਹ ਇੱਕ ਛੁਪੇ ਤਰੀਕੇ ਦੇ ਨਾਲ ਸੀਗਾ। ਗਏ ਇਕੱਲੇ ਜਾ ਕੇ ਮੰਤਰੀ ਨੂੰ ਮਿਲ ਆਏ, ਹੁਣ ਨਾਮ ਸਾਹਮਣੇ ਆ ਗਿਆ। ਹੁਣ ਇਹ ਕਿਸਾਨੀ ਇਹ ਜਿਹੜਾ ਫਰਾਡ ਆ ਇਹ ਕੀਤਾ ਨਹੀਂ ਜਾਣਾ ਔਰ ਲੋਕਾਂ ਦਾ ਕਿਸਾਨਾਂ ਦਾ ਇੰਨਾ ਦਬਾਅ ਹੈ, ਦੇਸ਼ ਭਰ ਦਾ ਕਿਸਾਨ ਜਿਹੜਾ ਉਹ ਸੜਕਾਂ ਤੇ ਬੈਠਾ ਹੈ, ਉਹਨਾਂ ਦਾ ਦਰਦ ਉਹਨਾਂ ਦੀ ਪੀੜਾ ਹੈ। ਮੈਂ ਸਮਝਦਾ ਅਗਰ ਉਹਨਾਂ ਨੇ ਆਪਣੀ ਆਤਮਾ ਦੀ ਆਵਾਜ਼ ਸੁਣੀ ਆ ਤਾਂ ਵੀ ਚੰਗੀ ਗੱਲ ਆ। ਜੇ ਉਹਨਾਂ ਨੂੰ ਕਿਸੇ ਨੇ ਸਲਾਹ ਦਿੱਤੀ ਹੈ ਕੰਮ ਕਰਨ ਦੀ ਤਾਂ ਵੀ ਚੰਗੀ ਗੱਲ ਆ। ਇੱਕ ਨੇ ਰਿਜ਼ਾਈਨ ਦਿੱਤਾ, ਮੈਂ ਇਹ ਕਹਿ ਸਕਦਾ ਹਾਂ ਕਿ ਹੌਲੀ ਹੌਲੀ ਸਾਰਿਆਂ ਨੂੰ ਇੱਕ ਦੂਜੇ ਨੂੰ ਸਲਾਹ ਦੇਣਗੇ ਭਾਈ ਇਸ ਕੰਮ 'ਚ ਨਹੀਂ ਪੈਣਾ ਚਾਹੀਦਾ। ਮੇਰਾ ਉਹੀ ਸਵਾਲ ਸੀ ਕਿ ਬਾਕੀ ਵੀ ਲੱਗਦਾ ਹੈ ਕਿ ਛੱਡ ਦੇਣਗੇ ਹੁਣ ਕਮੇਟੀ। ਹੁਣ ਪਤਾ ਨਹੀਂ, ਦੇਖੋ ਛੱਡਦੇ ਨੇ ਕਿ ਲੋਕ ਛਡਾਉਂਦੇ ਨੇ, ਪਰ ਕੁਝ ਹੋਊਗਾ ਜ਼ਰੂਰ, ਹੋਊਗਾ ਜ਼ਰੂਰ। ਪਰ ਸੁਪਰੀਮ ਕੋਰਟ ਦੇ ਲਈ ਆਪਣੇ ਆਪ 'ਚ ਇੱਕ ਵੱਡਾ ਝਟਕਾ ਹੈ ਕਿਉਂਕਿ ਪਹਿਲਾਂ ਹੀ ਉਸ ਵੇਲੇ ਦਲੀਲਾਂ ਹੋਈਆਂ ਸੀ ਕਿ ਕਿਸਾਨ ਜਥੇਬੰਦੀਆਂ ਕਮੇਟੀ ਨੂੰ ਨਹੀਂ ਮੰਨਦੀਆਂ, ਤੁਸੀਂ ਕਮੇਟੀ ਨਾ ਬਣਾਓ, ਤੁਸੀਂ ਮਸਲਾ ਸੁਲਝਾਓ। ਤੁਹਾਨੂੰ ਲੱਗਦਾ ਹੈ ਕਿ ਇਹ ਟੇਢੀ ਜਿਹੜੀ ਚਾਲ ਚੱਲੀ ਗਈ ਹੈ ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਰਾਹੀਂ, ਉਹ ਚਾਲ ਵੀ ਜਿਹੜੀ ਹੈ ਹੁਣ ਅਸਫਲ ਹੋ ਗਈ ਕਿਉਂਕਿ ਇਸ ਤੋਂ ਪਹਿਲਾਂ ਵੀ ਬਹੁਤ ਚਾਲਾਂ ਚੱਲੀਆਂ ਗਈਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਤੇ ਅੰਦੋਲਨ ਕਰ ਰਹੇ ਲੋਕ ਅਸਫਲ ਕਰ ਚੁੱਕੇ ਨੇ? ਬਿਲਕੁਲ ਠੀਕ ਕਿਹਾ ਤੁਸੀਂ। ਇਹੀ ਗੱਲ ਬਿਲਕੁਲ ਇਹਦੇ ਤੇ ਢੁੱਕਦੀ ਆ ਕਿ ਚਾਲਾਂ ਬੜੀਆਂ ਪਹਿਲਾਂ ਵੀ ਚੱਲੀਆਂ ਨੇ, ਇੱਕ ਤੋਂ ਬਾਅਦ ਇੱਕ ਚਾਲ ਉਹਨਾਂ ਨੇ ਚੱਲੀ। ਜਿਵੇਂ ਉਹ ਕਹਿੰਦੇ ਸੀ ਨਾ ਕਿ ਅਭਿਮਨਿਊ ਜਿਹੜਾ ਸੀਗਾ ਉਹਨੇ ਸਾਰੇ ਆਪਣੇ ਜਿਹੜੇ ਸੀ ਚੱਕਰਵਿਊਹ ਤੋੜਨ ਦਾ ਰਸਤਾ ਲੱਭਾ ਸੀਗਾ। ਕਿਸਾਨਾਂ ਨੇ ਵੀ ਹਰ ਚੱਕਰਵਿਊਹ ਤੋੜਨ ਦਾ ਰਸਤਾ ਲੱਭਿਆ ਹੋਇਆ। ਚੱਕਰਵਿਊਹ ਤੇ ਚੱਕਰਵਿਊਹ ਗੜੇ ਜਾ ਰਹੇ ਨੇ ਪਰ ਕਿਸਾਨ ਹਰ ਚੱਕਰਵਿਊਹ ਤੋੜ ਕੇ ਬਾਹਰ ਆ ਰਿਹਾ। ਔਰ ਹੁਣ ਇਹ ਜਿਹੜਾ ਸੀਗਾ ਸੁਪਰੀਮ ਕੋਰਟ ਦਾ, ਲੋਕਾਂ ਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਦੇਖੋ ਇਹ ਸੁਪਰੀਮ ਕੋਰਟ ਨੂੰ ਵੀ ਨਹੀਂ ਮੰਨਦੇ ਪਏ। ਇੱਕ ਹੀ ਦੀ ਮੰਨਣਗੇ, ਸਰਕਾਰ ਦੀ ਨਹੀਂ ਮੰਨਦੇ, ਸੁਪਰੀਮ ਕੋਰਟ ਦੀ ਨਹੀਂ ਮੰਨਦੇ। ਗੱਲ ਇਹ ਆ, ਸੱਚਾਈ ਇਹ ਆ ਕਿ ਸੁਪਰੀਮ ਕੋਰਟ ਦੀ ਕਿਸਾਨ ਨਹੀਂ ਬਲਕਿ ਸਰਕਾਰ ਦੀ ਵੱਲੋਂ ਹੀ ਇੱਕ ਸ਼ਤਰੰਜ ਵਿਛਾਈ ਗਈ ਸੀ। 4 ਮੈਂਬਰ ਉਹ ਪਾਏ ਗਏ। ਸੁਪਰੀਮ ਕੋਰਟ ਨੇ ਕੀ ਆਪਣੇ ਆਰਡਰ 'ਚ ਅਸੀਂ ਇਹਨਾਂ 4 ਮੈਂਬਰਾਂ ਤੋਂ ਇਹ ਜਾਣਕਾਰੀ ਲਵਾਂਗੇ, ਇਹਨਾਂ ਕੋਲ ਕਿਸਾਨ ਆਪਣੀਆਂ ਜਾ ਕੇ ਗੱਲਾਂ ਦੱਸਣ ਜਥੇਬੰਦੀਆਂ, ਤੇ ਅਸੀਂ ਇਹਨਾਂ ਤੋਂ ਜਾਣਕਾਰੀ ਲਵਾਂਗੇ ਵੀ ਕੀ ਕਾਰਨ ਹੈ ਕਾਨੂੰਨਾਂ ਦੇ ਅੰਦਰ ਕਮੀਆਂ ਨੇ। ਉਹਨਾਂ ਦੀ ਜਾਣਕਾਰੀ ਤਾਂ ਅਖਬਾਰਾਂ ਛਪੀ ਪਈ ਆ, ਉਹਨਾਂ ਦੀ ਜਾਣਕਾਰੀ ਤਾਂ ਟੀਵੀ ਚੈਨਲ ਤੇ ਪਈ ਆ। ਜਾਂ ਤੇ ਮੈਂ ਤੇ ਹੈਰਾਨ ਆ, ਮਾਫ ਕਰਨਾ, ਸੁਪਰੀਮ ਕੋਰਟ ਦੀ ਅਸੀਂ ਇੱਜ਼ਤ ਕਰਦੇ ਹਾਂ ਪਰ ਕਿਆ ਸੁਪਰੀਮ ਕੋਰਟ ਨੇ ਪਤਾ ਹੀ ਨਹੀਂ? ਜਾਂ ਤੇ ਸੁਪਰੀਮ ਕੋਰਟ ਦੇ ਜੱਜ ਅਖਬਾਰਾਂ ਨਹੀਂ ਪੜ੍ਹਦੇ ਪਏ ਜਾਂ ਤੇ ਟੀਵੀ ਨਹੀਂ ਦੇਖਦੇ ਪਏ। ਪਰ ਪਹਿਲਾਂ ਸੁਪਰੀਮ ਕੋਰਟ ਨੇ, ਸਰਕਾਰ ਨੇ ਇਹ ਆਖਿਆ ਸੀ ਕਿ ਪੀ ਸਾਈਨਾਥ ਵੀ ਇਹਦੇ ਮੈਂਬਰ ਹੋਣਗੇ। ਉਹ ਜਦੋਂ ਫਿਰ ਇੱਥੇ ਆ ਕੇ ਬੋਲ ਗਏ, ਵਿਰੋਧ ਕਰ ਗਏ ਕਾਨੂੰਨ ਦਾ, ਤੇ ਉਹਨਾਂ ਨੂੰ ਸ਼ਾਮਲ ਹੀ ਨਹੀਂ ਕੀਤਾ ਗਿਆ। ਜੇ ਉਹਨਾਂ ਨੂੰ ਨਹੀਂ ਸ਼ਾਮਲ ਕੀਤਾ ਗਿਆ ਤੇ ਫਿਰ ਕਾਨੂੰਨਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਕਿਉਂ ਸ਼ਾਮਲ ਕੀਤਾ ਗਿਆ? ਔਰ ਪੀ ਸਾਈਨਾਥ ਅੰਦਰ ਕੀ ਗੱਲ ਆ, ਵਿਰੋਧ 'ਚ ਬੋਲਣਾ, ਇਹਦਾ ਮਤਲਬ ਤੁਸੀਂ ਮੰਨਦੇ ਜੇ ਨਾ ਕਿ ਪਾਰਸ਼ੈਲਿਟੀ ਆ, ਤੇ ਫਿਰ ਤੁਸੀਂ 4 ਮੈਂਬਰ ਜਿਹੜੇ ਹੱਕ 'ਚ ਬੋਲਣ ਵਾਲਿਆਂ ਨੂੰ ਪਾਤਾ, ਤੁਹਾਨੂੰ ਉਦੋਂ ਪਾਰਸ਼ੈਲਿਟੀ ਸਮਝ ਨਹੀਂ ਆਈ। ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਜੇ ਤੁਸੀਂ। ਕਿਸਾਨ ਬੇਵਕੂਫ ਨਹੀਂ ਬਣੂਗਾ, ਕਿਸਾਨ ਹੱਕ ਲੈਣ ਵਾਸਤੇ ਆਇਆ, ਹੱਕ ਲੈ ਕੇ ਜਾਊਗਾ। ਹੁਣ ਗੱਲ ਇਹ, ਹੱਕ ਤੁਸੀਂ ਆਪ ਦੋਗੇ ਕਿ ਖੋ ਕੇ ਲਊਗਾ ਜ਼ਰੂਰ। ਅੱਛਾ, ਹੁਣ ਪੰਜਾਬ ਦੇ ਵਿੱਚ ਕੁਝ ਸ਼ਿਵ ਸੈਨਾ ਦੇ ਆਗੂ ਨੇ, ਉਹਨਾਂ ਵੱਲੋਂ ਵੀ ਹੁਣ ਕਿਸਾਨਾਂ ਦੇ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਨੇ, ਖਾਲਿਸਤਾਨੀ ਆਖਿਆ ਜਾ ਰਿਹਾ। ਸੁਪਰੀਮ ਕੋਰਟ ਦੇ ਵਿੱਚ ਵੀ ਇਦਾਂ ਦੇ ਬਿਆਨ ਸਾਹਮਣੇ ਆਏ ਕਿ ਖਾਲਿਸਤਾਨੀ ਗਰਮ ਖਿਆਲੀ ਜਿਹੜੇ ਸੰਗਠਨ ਨੇ ਉਹ ਸਪੋਰਟ ਕਰ ਰਹੇ ਨੇ ਇਸ ਅੰਦੋਲਨ ਨੂੰ। ਇਸ ਚੀਜ਼ ਨੂੰ ਕਿਵੇਂ ਦੇਖੋ, ਇਹ ਸਰਕਾਰ ਦੀਆਂ ਕੁਝ ਹਰਕਤਾਂ ਪਹਿਲੇ ਦਿਨ ਤੋਂ ਆ। ਖਾਲਿਸਤਾਨੀ
ਪਾਕਿਸਤਾਨੀ, ਚੀਨ, ਅਲਗਾਵਵਾਦੀ ਕਿਹੜਾ ਲਾਛਣ ਨਹੀਂ ਲਾਇਆ ਗਿਆ। ਇੱਕ ਗੱਲ। ਦੂਜੀ ਗੱਲ ਦੇਖੋ, ਸ਼ਿਵ ਸੈਨਾ ਜਿਹੜੀ ਇਹਦੀ ਵੀ ਕਈ ਬਣ ਗਈਆਂ ਸੈਨਾ ਹੁਣ। ਇੱਕ ਸ਼ਿਵ ਸੈਨਾ ਤੋਂ ਬਾਅਦ ਜਿਹਦੇ ਮੁੱਖ ਮੰਤਰੀ ਆ ਮਹਾਰਾਸ਼ਟਰ ਦੇ ਅੰਦਰ, ਉਹ ਅਗਰ ਬਾਡੀ ਜਿਹੜੀ ਆ ਉਹਦਾ ਮੁੱਖ ਮੰਤਰੀ ਦੀ ਅਗਰ ਕੋਈ ਸਟੇਟਮੈਂਟ ਆਉਂਦੀ ਹੈ, ਸ਼ਿਵ ਸੈਨਾ ਦੇ ਪ੍ਰਧਾਨ ਦੀ ਸਟੇਟਮੈਂਟ ਆਉਂਦੀ ਹੈ, ਤੇ ਆਪਾਂ ਮੰਨਾਂਗੇ ਵੀ ਯਾਰ ਸ਼ਿਵ ਸੈਨਾ ਦਾ ਸਟੇਟਮੈਂਟ ਆ। ਹੁਣ ਕੋਈ ਚੱਲਦਾ ਇੱਕ ਨਾਮ ਲਿਖ ਲੈਂਦਾ ਸ਼ਿਵ ਸੈਨਾ, ਰੌਲਾ ਪਾਉਣ ਲੱਗ ਪੈਂਦਾ। ਇਹ ਬੇਸਿਕਲ ਦੁਕਾਨਾਂ ਨੇ, ਇਹ ਇਹਨਾਂ ਨੂੰ ਗਨਮੈਨ ਚਾਹੀਦੇ ਹੁੰਦੇ ਨੇ। ਇਹ ਆਪਣੇ ਮੂੰਹ ਤੇ ਖੁਦ ਚਪੇੜਾ ਮਰਵਾਉਂਦੇ ਨੇ ਗਨਮੈਨ ਲੈਣ ਪਿੱਛੇ। ਇਹ ਮੂੰਹ ਲਾਲ ਕਰਾਉਂਦੇ ਨੇ ਆਪ ਵੀ ਸਾਡਾ ਕੋਈ ਮੂੰਹ ਲਾਲ ਕਰ ਦੇ ਤੇ ਪਿੱਛੇ 2 ਵਰਦੀ ਵਾਲੇ ਮਿਲ ਜਾਣਗੇ। ਸੋ ਇਹ ਉਹ ਲੋਕ ਭੌਂਕਦੇ ਪਏ ਨੇ। ਬਾਕੀ ਕਿਸਾਨ ਜਥੇਬੰਦੀਆਂ ਦੇ ਖਿਲਾਫ ਬੋਲਣ ਦੀ ਕੋਈ ਹਿੰਮਤ ਨਹੀਂ ਰੱਖਦਾ। ਆ ਜਿਹੜੀ ਗੱਲ ਤੁਸੀਂ ਕੀਤੀ ਕਿ ਬਾਡੀਗਾਰਡ ਜਾਂ ਫਿਰ ਹੋਰ ਲਾਮ ਲਸ਼ਕਰ ਲੈਣ ਦੇ ਲਈ ਇਦਾਂ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ, ਭਾਜਪਾ ਦੇ ਇੱਕ ਆਗੂ ਨੇ ਇਹਨਾਂ ਕਾਨੂੰਨਾਂ ਦੀ ਜਿਹੜੀ ਤੁਲਨਾ ਸੀ ਉਹ ਇਸ ਤਰੀਕੇ ਦੇ ਨਾਲ ਕਰ ਦਿੱਤੀ ਸੀ ਕਿ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਹੁਣਾਂ ਦੇ ਨਾਲ ਬਿਲਕੁਲ ਉਹਨਾਂ ਦੇ ਨਾਲ ਤੁਲਨਾ ਕੀਤੀ ਸੀ। ਹਰਜੀਤ ਸੁਰਜੀਤ ਹੁਣੀ ਵੀ ਵੱਡੇ ਬਿਆਨ ਦੇ ਚੁੱਕੇ ਨੇ। ਤੁਹਾਨੂੰ ਲੱਗਦਾ ਹੈ ਕਿ ਸਿਰਫ ਇੱਕ ਪਬਲਿਸਿਟੀ ਲਈ ਹੁਣ ਇਸ ਅੰਦੋਲਨ ਨੂੰ ਇਹ ਲੋਕ ਵਰਤ ਰਹੇ ਨੇ ਜਿਨ੍ਹਾਂ ਨੂੰ ਕੋਈ ਜਾਣਦਾ ਵੀ ਨਹੀਂ ਸੀ? ਬਿਲਕੁਲ ਇਹੀ ਗੱਲ ਆ ਬਈ ਆਪਣਾ ਕੀ ਚੱਲਿਆ, ਇੱਕ ਅੱਧੀ ਜਿਪਸੀ ਮਿਲ ਜੂਗੀ, ਨਾਲ ਗਨਮੈਨ ਮਿਲ ਜਾਣਗੇ। ਵੈਸੇ ਤੇ ਗਲੀ ਦਾ ਕੁੱਤਾ ਵੀ ਨਹੀਂ ਪਛਾਣਦਾ ਸੀ ਆਪਾਂ ਨੂੰ। ਗਲੀ ਤੋਂ ਬਾਹਰ ਨਿਕਲਦੇ ਸੀ ਤੇ ਗਲੀ ਵਾਲਿਆਂ ਨੂੰ ਪਤਾ ਸੀ ਨਹੀਂ ਸੀ ਕੌਣ ਆਏ। ਹੁਣ ਇਸੇ ਬਹਾਨੇ ਟੀਮਾਂ ਤੇ ਆਉਣ ਦਾ ਮੌਕਾ ਮਿਲ ਜਾਂਦਾ ਹੈ। ਵਰਤ ਲਵੇ ਸਰਕਾਰ। ਗੱਲ ਇਹ ਆ ਜਿਹੜਾ ਨਾਮ ਆ ਨਾ ਸਿੰਘ, ਕਿਸੇ ਦੇ ਨਾਮ ਨਾਲ ਵੀ ਸਿਰਫ ਉਹਦੇ ਨਾਲ ਸ਼ੋਭਦਾ ਏ ਜਿਹੜਾ ਸ਼ੇਰਾਂ ਵਾਂਗੂ ਜੀਏ ਤੇ ਸ਼ੇਰਾਂ ਵਾਂਗੂ ਮਰੇ। ਜਿਹੜੇ ਲੋਕਾਂ ਦੇ ਠੂਠਿਆਂ 'ਚ ਦੁੱਧ ਪੀਣ ਦੇ ਆਦੀ ਹੋ ਜਾਂਦੇ ਨੇ ਨਾ, ਉਹਨਾਂ ਨੂੰ ਸਿੰਘ ਨਾਮ ਨਹੀਂ ਰੱਖਣਾ ਚਾਹੀਦਾ। ਪ੍ਰਧਾਨ ਮੰਤਰੀ ਨੂੰ ਲੈ ਕੇ ਵੀ ਗੱਲਾਂ ਹੋ ਰਹੀਆਂ ਨੇ ਕਿ ਕੈਪੀਟਲ ਦੇ ਵਿੱਚ ਜੋ ਹੁੰਦਾ ਹੈ ਉਹਦੇ ਬਾਰੇ ਤਾਂ ਉਹ ਬੋਲ ਦਿੰਦੇ ਨੇ, ਪਰ ਆਪਣੀ ਕੈਪੀਟਲ ਦੇ ਵਿੱਚ ਜੋ ਹੋ ਰਿਹਾ ਉਹਦੇ ਬਾਰੇ ਉਹ ਬਿਆਨ ਨਹੀਂ ਦਿੰਦੇ। ਹੁਣ ਇੰਡੋਨੇਸ਼ੀਆ ਦੇ ਵਿੱਚ ਵੀ ਜਹਾਜ਼ ਹਾਦਸਾਗ੍ਰਸਤ ਹੁੰਦਾ ਹੈ ਤਾਂ ਉੱਤੇ ਵੀ ਟਵੀਟ ਆ ਜਾਂਦਾ, ਪਰ ਇੱਥੇ 60 ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ। ਅਜੇ ਤੱਕ ਜਿਹੜਾ ਇੱਕ ਵੀ ਸ਼ਬਦ ਮੂੰਹੋਂ ਨਹੀਂ ਨਿਕਲਿਆ। ਤੁਹਾਨੂੰ ਕੀ ਲੱਗਦਾ ਮਜਬੂਰੀ ਕੀ ਹੋਊਗੀ ਕਿ ਕਾਰਪੋਰੇਟ ਘਰਾਣਿਆਂ ਦਾ ਦਬਾਅ ਹੈ? ਨਹੀਂ, ਉਹ ਇਹ ਸੋਚਦੇ ਕਿ ਅਗਰ ਮੈਂ ਐਸਾ ਬਿਆਨ ਦਊਂਗਾ ਤੇ ਲੋਕਾਂ ਦਾ ਧਿਆਨ ਇਸ ਮੁੱਦੇ ਵੱਲ ਹੋ ਜਾਊਗਾ, ਪਰ ਉਹਨਾਂ ਨੂੰ ਪਤਾ ਮੁੱਦੇ ਵੱਲ ਹੀ ਧਿਆਨ ਆ। ਪਹਿਲਾਂ ਤੁਹਾਨੂੰ ਹੀ ਭੁਲੇਖਾ ਏ, ਲੋਕਾਂ ਨੂੰ ਸਭ ਪਤਾ ਏ। ਇਹ ਜਿਹੜੀ ਗੱਲ ਆ ਨਾ, ਦੇਖੋ ਬਹੁਤ ਵੱਡੀਆਂ, ਕੋਈ ਗੱਲ ਵੀ ਛੋਟੀ ਨਹੀਂ। ਜਾਨ ਤੇ ਇੱਕ ਵੀ ਚਲੇ ਜੇ ਉਹ ਵੀ ਬੜੀ ਵੱਡੀ ਹੁੰਦੀ ਆ। ਮੈਨੂੰ ਯਾਦ ਆ ਕਿ ਜਦੋਂ ਆਮ ਆਦਮੀ ਪਾਰਟੀ ਇੱਕ ਅੰਦੋਲਨ ਕਰ ਰਹੀ ਸੀਗੀ ਕਿਸਾਨੀ ਦਾ, ਤੇ ਉੱਥੇ ਇੱਕ ਸ਼ੇਖਾਵਤ ਸੀ ਸ਼ਾਇਦ ਉਹਨਾਂ ਦਾ ਨਾਮ, ਇੱਕ ਕਿਸਾਨ ਨੇ ਫਾਹ ਲਾ ਲਿਆ ਸੀ। ਸਾਰੀ ਬੀਜੇਪੀ ਤੜਪ ਉੱਠੀ ਸੀ। ਠੀਕ ਆ, ਥੱਲੇ ਤੋਂ ਲੈ ਕੇ ਵੱਡੇ ਤੱਕ ਦਾ ਲੀਡਰ ਔਰ ਸੰਘਰਸ਼ ਕਰਾਂਗੇ ਅਸੀਂ, ਹੁਣ ਬੰਗੇ ਅਸੀਂ ਬੈਨਰ ਲੈ ਕੇ ਭੱਜ ਪਏ, ਕੋਈ ਕਿੱਧਰ ਭੱਜ ਪਿਆ, ਕੋਈ ਅਸੀਂ ਬੈਨਰ ਲੈ ਕੇ ਭੱਜ ਪਏ, ਕੋਈ ਕਿੱਧਰ ਭੱਜ ਪਿਆ, ਕੋਈ ਕਿੱਧਰ ਭੱਜ ਪਿਆ। ਹੁਣ ਉਹਨੂੰ ਦਿਖਦਾ ਹੀ ਨਹੀਂ ਪਿਆ ਕੋਈ। ਕਿੱਧਰ ਭੱਜ ਪਿਆ, ਕੋਈ ਕਿੱਧਰ ਭੱਜ ਪਿਆ, ਹੁਣ ਉਹਨੂੰ ਦਿਖਦਾ ਹੀ ਨਹੀਂ ਪਿਆ ਕੋਈ। ਇਹਦਾ ਮਤਲਬ ਆ ਕਿ ਤੁਸੀਂ ਮੌਕਾ ਪ੍ਰਸਤ ਜੇ। ਦੂਜਾ ਮਤਲਬ ਇਹ ਆ ਕਿ ਤੁਸੀਂ ਸਰਕਾਰ ਦੇ ਝਾੜੂ ਬਾਜ਼ਾਰ ਜੇ। ਤੁਹਾਨੂੰ ਲੱਗਦਾ ਕਿ ਜੇ ਸਰਕਾਰ ਜੋ ਸੁਣਨਾ ਚਾਹੁੰਦੀ ਹੋਈ ਬੋਲਾਂਗੇ, ਨਹੀਂ ਬੋਲਾਂਗੇ ਤੇ ਕੁੱਟ ਪਊਗੀ। ਸੋ ਇਹ ਨਹੀਂ ਮੈਨੂੰ ਸਮਝ ਆਇਆ ਵੀ ਉਹਨਾਂ ਦੀ ਸੋਚ ਕੀ ਆ, ਪਰ ਇਹ ਸੋਚ ਮਾੜੀ ਆ। 26 ਜਨਵਰੀ ਨੂੰ ਲੈ ਕੇ ਕੀ ਸੋਚਦੇ ਹੋ? ਦਿੱਲੀ ਪੁਲਿਸ ਸੁਪਰੀਮ ਕੋਰਟ ਤੱਕ ਗਈ ਹੈ ਕਿ ਮਾਹੌਲ ਖਰਾਬ ਹੋ ਸਕਦਾ। ਕਿਸਾਨ ਜਥੇਬੰਦੀਆਂ ਕਹਿ ਰਹੀਆਂ ਕਿ ਅਸੀਂ ਸ਼ਾਂਤੀਪੂਰਕ ਤਰੀਕੇ ਦੇ ਨਾਲ ਚੱਲਾਂਗੇ। ਕੁਝ ਨੌਜਵਾਨ ਇੱਥੇ ਕਹਿ ਰਹੇ ਨੇ ਕਿ ਜੇਕਰ ਰੋਕਾਂ ਲੱਗੀਆਂ ਅਸੀਂ ਹਟਾਈਆਂ ਤਾਂ ਉਹ ਮਾਰਚ ਸ਼ਾਂਤੀਪੂਰਕ ਨਹੀਂ ਰਹੇਗਾ। ਯਾਨੀ ਕਿ ਵੱਖ-ਵੱਖ ਵਿਚਾਰਧਾਰਾਵਾਂ ਜਿਹੜੀਆਂ ਨੇ 26 ਜਨਵਰੀ ਨੂੰ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਕਿਉਂਕਿ ਇਹ ਮੰਨਿਆ ਜਾ ਰਿਹਾ ਕਿ ਜੇ ਦਿੱਲੀ ਤੇ ਧਾਵਾ ਬੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹ ਮਾਰਚ ਕੀਤਾ ਜਾਂਦਾ ਹੈ ਤਾਂ ਮਾਹੌਲ ਹਿੰਸਕ ਹੋ ਸਕਦਾ ਹੈ। ਦੇਖੋ ਬੇਸਿਕਲੀ ਇਹ ਕਿਸਾਨ ਜਥੇਬੰਦੀਆਂ ਨੇ ਫੈਸਲਾ ਲੈਣਾ ਹੈ, ਉਹਨਾਂ ਨੇ ਫੈਸਲਾ ਲਿਆ ਹੈ। ਸਾਡੀ ਤੇ ਇੰਨੀ ਗੱਲ ਆ ਵੀ ਅਸੀਂ ਨਾਲ ਆ ਉਹਨਾਂ ਦੇ, ਅਸੀਂ ਉਹਨਾਂ ਦੇ ਨਾਲ ਡਟ ਕੇ ਖੜੇ ਆ। ਇਹ ਬੜੀ ਗੰਭੀਰਤਾ ਦੇ ਨਾਲ ਵਿਚਾਰ ਕਰਕੇ ਇਹ ਫੈਸਲਾ ਕਿਸਾਨ ਜਥੇਬੰਦੀਆਂ ਨੇ ਲਿਆ ਹੈ। ਉਹਨਾਂ ਨੇ ਵੀ ਇਹਦੇ ਸਾਰੇ ਪ੍ਰੋਨਸ ਐਂਡ ਕੌਨਸ ਸਮਝੇ ਹੋਣਗੇ। ਮੈਂ ਕੱਲ ਰਾਜੇਵਾਲ ਜੀ ਨੂੰ ਸੁਣ ਰਿਹਾ ਸੀ, ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇਹ ਗੱਲ ਨੂੰ ਕਿਹਾ ਕਿ ਜੇਕਰ ਕੁਝ ਵੀ ਗਲਤ ਹੋ ਗਿਆ ਤਾਂ ਲੋਕਾਂ ਨੂੰ ਸਾਨੂੰ ਛੱਡਣਾ ਨਹੀਂ। ਔਰ ਉਹਨਾਂ ਨੇ ਵੀ ਨੌਜਵਾਨਾਂ ਨੂੰ ਕਿਹਾ ਵੀ ਸੰਭਲ ਕੇ ਚੱਲੋ, ਠਰਮੇ ਨਾਲ ਚੱਲੋ। ਬਹੁਤ ਸੋਹਣਾ ਅੰਦੋਲਨ ਇੱਥੋਂ ਤੋਂ ਲੈ ਕੇ ਪਹੁੰਚੇ ਆ। ਇਸ ਅੰਦੋਲਨ ਨੂੰ ਜਿੱਤ ਵੱਲ ਲੈ ਕੇ ਜਾਣਾ ਹੈ। ਜੇ ਕੋਈ ਵੀ ਆਪਾਂ ਇੱਕ ਗਲਤੀ ਕਰ ਲਈ ਤੇ ਅੰਦੋਲਨ ਹਾਰ ਵਾਲੇ ਪਾਸੇ ਚਲੇ ਜਾਊਗਾ। ਸੋ ਮੈਨੂੰ ਉਮੀਦ ਆ ਕਿ ਜਿਹੜੇ ਨੌਜਵਾਨ ਨੇ ਉਹ ਆਪਣੇ ਜਜ਼ਬੇ ਤੇ ਜ਼ਰੂਰ ਸੰਯਮ ਰੱਖਣਗੇ ਔਰ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਜਿਹੜਾ ਮਾਕੂਲ ਫੈਸਲਾ ਹੋਊਗਾ ਹਾਲਾਤਾਂ ਦੇ ਹਿਸਾਬ ਨਾਲ ਉਹ ਲੈਣਗੇ, ਤਾਂ ਕਿ ਦੋਵੇਂ ਹੀ ਕੰਮ ਹੋਣ, ਸਾਡਾ ਮੈਸੇਜ ਵੀ ਜਾਵੇ ਤੇ ਕੋਈ ਟਕਰਾਅ ਦੀ ਸਥਿਤੀ ਵੀ ਨਾ ਆਵੇ। ਤੁਹਾਨੂੰ ਲੱਗਦਾ ਹੈ ਕਿ ਜੇ ਟਕਰਾਅ ਦੀ ਸਥਿਤੀ ਬਣਦੀ ਹੈ ਤਾਂ ਫਿਰ ਫੈਸਲਾ ਬਦਲ ਲੈਣਾ ਚਾਹੀਦਾ, ਬਦਲ ਲੈਣਾ ਜਿਹੜਾ ਜਾਇਜ਼ ਹੋਵੇਗਾ? ਕਿਉਂਕਿ ਜੋਗਿੰਦਰ ਸਿੰਘ ਉਗਰਾਹਾਂ ਹੋਣਾ ਨੇ ਵੀ ਆਖਿਆ ਕਿ ਅਸੀਂ ਅੰਦੋਲਨ ਕਰਨ ਆਏ ਆ, ਅਸੀਂ ਜਿੱਤਣ ਆਏ ਆ, ਆਪਣੇ ਲੋਕਾਂ ਨੂੰ ਮਰਵਾਉਣ ਨਹੀਂ ਆਏ। ਮੈਂ ਤੇ ਇਸ ਗੱਲ ਨਾਲ ਉਹਨਾਂ ਦੇ ਸਹਿਮਤ ਹਾਂ। ਦੇਖੋ, ਮਰਵਾਉਣਾ, ਲੜਾਉਣਾ ਉਹ ਪਰਪਸ ਨਹੀਂ ਹੈਗਾ। ਪਰਪਸ ਸਰਕਾਰ ਦੇ ਕਾਨੂੰਨ ਨੂੰ ਰੱਦ ਕਰਾਉਣਾ ਹੈ। ਹੁਣ ਉਹਦੇ ਵਾਸਤੇ ਮੰਨ ਲਓ ਮੇਰਾ ਕੋਈ ਸੁਝਾਅ ਨਹੀਂ ਹੈਗਾ, ਨਾ ਮੇਰੀ ਕੋਈ ਹੈਸੀਅਤ ਸੁਝਾਅ ਦੇਣ ਦੀ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਫੈਸਲਾ ਲੈਣਾ ਹੈ। ਪਰ ਅਸੀਂ ਦੇਖਦੇ ਹਾਂ ਕਿ ਉਹ ਦਿਨ ਅੱਗੇ ਕਰ ਲੈਣ, ਪਿੱਛੇ ਕਰ ਲੈਣ,
ਬਾਅਦ ਦਾ ਰੱਖ ਲੈਣ, ਲੇਕਿਨ ਟਕਰਾਵ ਨਾ ਹੋਵੇ। ਜੇ ਉਹ ਬਿਨਾਂ ਟਕਰਾਵ ਦੇ ਸਰਕਾਰ ਮੰਨਦੀ ਹੈ ਕੋਈ ਹੋਰ ਰਸਤੇ ਦੇ ਉੱਤੇ ਕਰਨਾ, ਇਹ ਤੇ ਕਿਸਾਨਾਂ ਨੇ ਫੈਸਲਾ ਲੈਣਾ ਹੈ। ਪਰ ਇੱਕ ਗੱਲ ਜ਼ਰੂਰ ਆ ਕਿ ਟਕਰਾਵ ਨਹੀਂ ਹੋਣਾ ਚਾਹੀਦਾ, ਕਿਉਂਕਿ ਟਕਰਾਵ ਸਰਕਾਰ ਚਾਹੂਗੀ। ਦੇਖੋ ਇੱਕ ਗੱਲ ਤੇ ਹੈ ਨਾ, ਜਦੋਂ ਕੋਈ ਟਕਰਾਵ ਹੋਊਗਾ ਤੇ ਉਹ ਲੋਕਾਂ ਨੂੰ ਇਹ ਤੇ ਗੱਲ ਕਹਿਣਗੇ ਨਾ ਕਿ ਦੇਖੋ ਜੀ ਅਸੀਂ ਕੀ ਕਰਦੇ, ਸਾਡਾ ਤੇ ਕਸੂਰ ਕੋਈ ਨਹੀਂ ਹੈਗਾ। ਉਹਦੇ 'ਚ ਉਹ ਕਿਸਾਨਾਂ ਨੂੰ ਬਲੇਮ ਕਰਨ ਦੀ ਕੋਸ਼ਿਸ਼ ਕਰਨਗੇ। ਸੋ ਟਕਰਾਵ ਦੀ ਸਥਿਤੀ ਨਹੀਂ ਆਉਣੀ ਚਾਹੀਦੀ, ਇਹ ਤੇ ਗੱਲ ਪਹਿਲੀ ਹੋਣੀ ਚਾਹੀਦੀ ਸ਼ਰਤ। ਜਿਵੇਂ ਪਹਿਲਾਂ ਮੈਂ ਦੇਖਿਆ ਕਿ ਬੜੇ ਸੋਹਣੇ ਸੋਹਣੇ ਬਿਆਨ ਦਿੱਤੇ ਸਾਰੇ ਲੀਡਰਾਂ ਨੇ, ਤੁਸੀਂ ਕਹਿ ਦਿੱਤਾ ਵੀ ਅਸੀਂ ਡੰਡੇ ਖਾਣ ਆਏ ਆ, ਅਸੀਂ ਮਾਰਨ ਨਹੀਂ ਆਏ, ਜੇ ਸਾਨੂੰ ਮਾਰਨਗੇ ਅਸੀਂ ਹੋਰ ਖਾਵਾਂਗੇ। ਉਹਦੇ ਨਾਲ ਇਹਨਾਂ ਦੇ ਅੰਦੋਲਨ ਨੂੰ ਬੜੀ ਤਾਕਤ ਮਿਲੀ ਆ। ਲੋਕਾਂ ਨੇ ਕਿਹਾ ਯਾਰ ਦੇਖੋ ਉਹ ਤਾਂ ਝਗੜਾ 'ਚ ਨਹੀਂ ਕਰਨਾ ਚਾਹੁੰਦੇ, ਸਰਕਾਰ ਕਰਨਾ ਚਾਹੁੰਦੀ ਹੈ। ਸੋ ਉਹ ਵਾਲਾ ਮਾਹੌਲ ਬਣਿਆ ਰਹਿਣਾ ਚਾਹੀਦਾ। ਉਹਦੇ ਵਾਸਤੇ ਭਾਵੇਂ ਕਿਸੇ ਤਰੀਕੇ ਵੀ ਰਸਤਾ ਕੱਢਣਾ ਪਵੇ, ਉਹ ਇਹਨਾਂ ਨੂੰ ਕੱਢ ਲੈਣਾ ਚਾਹੀਦਾ। ਆਖਰੀ ਸਵਾਲ ਸਿਰਸਾ ਸਾਹਿਬ ਕਿ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਮਦਦ ਕਰ ਰਹੀਆਂ ਨੇ ਇਸ ਅੰਦੋਲਨ ਦੇ ਵਿੱਚ, ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੁਣ ਕੇਂਦਰ ਸਰਕਾਰ ਵੱਲੋਂ। ਤੁਸੀਂ ਵੀ ਪਹਿਲੇ ਦਿਨ ਤੋਂ ਲੱਗੇ ਹੋ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਸਿਰਫ ਸਿੰਘੂ ਬਾਰਡਰ ਬਲਕਿ ਟਿੱਕਰੀ, ਗਾਜੀਪੁਰ, ਹਰ ਜਗ੍ਹਾ ਦੇ ਉੱਤੇ ਲੰਗਰ ਦੀ ਸੇਵਾ ਚੱਲ ਰਹੀ ਹੈ, ਹਰ ਤਰੀਕੇ ਦਾ ਯੋਗਦਾਨ ਪਾਇਆ ਜਾ ਰਿਹਾ। ਕੋਈ ਕੇਂਦਰ ਸਰਕਾਰ ਦਾ ਦਬਾਅ ਤੁਹਾਡੇ ਤੇ ਤਾਂ ਨਹੀਂ? ਨਹੀਂ, ਸਾਡੇ ਤੇ ਕੀ ਦਬਾਅ ਪਾ ਲੈਣਗੇ, ਲੇਕਿਨ ਉਹ ਜਿਹੜੀ ਕੋਸ਼ਿਸ਼ਾਂ ਕਰਦੇ ਨੇ। ਨਹੀਂ, ਇਹ ਤਾਂ ਫਰਕ ਆ ਨਾ। ਸਾਡੀ ਇੱਕ ਚੁਣੀ ਸੰਸਥਾ ਹੈ, ਪਹਿਲੀ ਗੱਲ ਸਮਝ ਲਓ। ਸਾਡੀ ਸੰਸਥਾ ਤੇ ਦਬਾਅ ਪਾਉਣਾ ਕਿਸੇ ਸਰਕਾਰ ਵਾਸਤੇ ਸੌਖਾ ਕੰਮ ਨਹੀਂ ਹੈਗਾ। ਦੂਜੀ ਗੱਲ ਆ, ਸਰਕਾਰਾਂ ਨੇ ਸਾਡਾ ਰੂਪ ਬੜੇ ਸਾਲਾਂ ਤੋਂ ਦੇਖਿਆ ਹੈ। ਅਸੀਂ 10 ਸਾਲ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਰਹੀ ਆ, ਉਸੇ ਸਰਕਾਰ ਦੇ ਵਿੱਚ ਰਹਿੰਦਿਆਂ ਸੱਜਣ ਕੁਮਾਰ ਦੇ ਕੇਸ ਖੁਲਵਾਏ, ਟਾਈਟਲਰ ਦੇ ਕੇਸ ਖੁਲਵਾਏ, ਕਲੀਨ ਚਿੱਟ ਕਰਾਈ, ਕਮਲਨਾਥ ਦੇ ਮੁੱਖ ਮੰਤਰੀ ਰਹਿੰਦਿਆਂ ਉਹਦੇ ਖਿਲਾਫ ਮੁਕੱਦਮਾ ਦਰਜ ਕਰਾਇਆ ਝਗੜੇ ਕਰਕੇ, ਔਰ ਦਿੱਲੀ ਦੀ ਕੇਂਦਰ ਸਰਕਾਰ ਦੀ ਵਜ਼ਾਰਤ ਦੇ ਹੁੰਦਿਆਂ, ਇਸ ਮੌਕੇ ਦੀ ਬੀਜੇਪੀ ਸਰਕਾਰ ਦੇ ਹੁੰਦਿਆਂ ਮੁਕਰਜੀ ਨਗਰ ਦੇ ਕੇਸ 'ਚ ਇੱਟ ਨਾਲ ਇੱਟ ਵਜਾ ਦਿੱਤੀ, ਸਾਰਿਆਂ ਨੂੰ ਨੌਕਰੀਆਂ ਤੋਂ ਬਾਹਰ ਡਿਸਮਿਸ ਕਰਾਇਆ। ਇਹ ਜਿਹੜੀ ਦਿੱਲੀ ਕਮੇਟੀ ਆ ਨਾ, ਇਹ ਕੋਈ ਇਹ ਆਪਾਂ ਨੂੰ ਬੋਲਣ 'ਚ ਲੱਗਦਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੋਈ ਛੋਟੀ ਸੰਸਥਾ ਨਹੀਂ ਹੈਗੀ। ਇਹ ਸੰਸਥਾ ਦੇ ਨਾਲ ਦੇਸ਼ ਔਰ ਦੁਨੀਆ ਭਰ ਦੇ ਲੋਕਾਂ ਦੇ ਸੈਂਟੀਮੈਂਟ ਜੁੜੇ ਨੇ। ਜਿਹੜਾ ਇਸ ਦੀ ਟਕਰਾਅ ਸਥਿਤੀ ਲੈਣ ਦੀ ਕੋਸ਼ਿਸ਼ ਕਰੂਗਾ ਨਾ, ਉਹਨੂੰ ਪਤਾ ਹੈ ਕਿ ਉਹਦਾ ਇਹਦੇ ਵਿੱਚ ਵੱਡਾ ਨੁਕਸਾਨ ਹੋਊਗਾ। ਕੋਈ ਸਾਡੇ ਨਾਲ ਟਕਰਾਅ ਲੈ ਕੇ ਤੇ ਕੋਈ ਸਰਕਾਰ ਜਿਹੜੀ ਆ ਉਹ ਸੌਖਾ ਨਹੀਂ ਰਹਿ ਪਾਊਗੀ, ਇਹ ਸੌਖਾ ਕੰਮ ਨਹੀਂ ਹੋਊਗਾ। ਸੋ ਸਾਡੇ ਨਾਲ ਟਕਰਾਅ 'ਚ ਆਉਣਾ, ਮੈਂ ਤੇ ਸਰਕਾਰ ਨੂੰ ਜ਼ਰੂਰ ਕਹਿਣਾ ਚਾਹੁੰਦਾ, ਇਸ ਟਕਰਾਅ 'ਚ ਕਦੀ ਆਉਣਾ ਹੀ ਨਹੀਂ ਚਾਹੀਦਾ। ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਭਾਵੇਂ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ, ਇਹ ਚੁਣੀਆਂ ਲੋਕਾਂ ਦੀਆਂ ਨੁਮਾਇੰਦਿਆਂ ਜਥੇਬੰਦੀਆਂ ਨੇ, ਔਰ ਸਾਨੂੰ ਅਧਿਕਾਰ ਆ ਆਪਣੇ ਲੋਕਾਂ ਦੀ ਰਾਏ ਮੁਤਾਬਕ ਕੰਮ ਕਰਨ ਦਾ, ਸਾਡਾ ਅਧਿਕਾਰ ਆ। ਬਿਲਕੁਲ। ਭੁਪਿੰਦਰ ਸਿੰਘ ਮਾਨ ਹੋਣਾ ਦੇ ਇਸ ਕਮੇਟੀ ਤੋਂ ਲਾਂਭੇ ਹੋਣ ਤੋਂ ਬਾਅਦ ਮਸਲਾ ਹੋਰ ਉਲਝ ਗਿਆ ਹੈ। ਮਸਲਾ ਕੇਂਦਰ ਸਰਕਾਰ ਦੇ ਲਈ ਉਲਝਿਆ ਹੈ, ਸੁਪਰੀਮ ਕੋਰਟ ਦੇ ਲਈ ਉਲਝਿਆ ਹੈ, ਕਿਉਂਕਿ ਇਹ ਨਾਮ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਪੇਸ਼ ਕੀਤੇ ਸੀ, ਜਿਨ੍ਹਾਂ ਨੂੰ ਪਹਿਲੇ ਦਿਨ ਤੋਂ ਹੀ ਠੁਕਰਾ ਦਿੱਤਾ ਗਿਆ ਸੀ। ਤੇ ਹੁਣ ਇਹ ਚਾਰੋਂ ਮੈਂਬਰਾਂ ਦੇ ਵਿੱਚੋਂ ਇੱਕ ਮੈਂਬਰ ਨੇ ਕਮੇਟੀ ਨੂੰ ਹੀ ਠੁਕਰਾ ਦਿੱਤਾ ਹੈ, ਸੁਪਰੀਮ ਕੋਰਟ ਦੇ ਫੈਸਲੇ ਨੂੰ ਹੀ ਠੁਕਰਾ ਦਿੱਤਾ ਹੈ। ਹੁਣ ਅੱਗੇ ਵਿਉਂਤਬੰਦੀ ਕੀ ਹੋਵੇਗੀ, ਇਹ ਆਉਣ ਵਾਲਾ ਸਮਾਂ ਦੱਸੇਗਾ। ਸਹਿਯੋਗੀ ਕਮਲ ਦੇ ਨਾਲ ਮੈਂ ਸੁਖ ਸੋਹਲ, ਔਨ ਏਅਰ ਟੀਵੀ।